90 ਦਿਨਾਂ ਦੇ ਅੰਦਰ ਅੰਦਰ ਅਸੀਂ ਦੋਸ਼ੀ ਕੌਣ ਆ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਆ, ਜਾਂ ਕਿਸ ਦੇ ਕਾਰਨ ਕਰਕੇ ਜਾਂ ਕਿਸ ਦੇ ਕਹਿਣ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਚੋਰੀ ਕੀਤੇ ਗਏ, ਇਹਦੇ ਵਿੱਚ ਕੌਣ ਦੋਸ਼ੀ ਆ, ਕਿਸ ਤਰ੍ਹਾਂ ਇਹ ਵਿਉਂਤਬੰਦੀ ਹੋਈ ਆ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਜਿਹੜੇ ਅੰਗ ਆ ਉਹ ਕਿਸ ਜਗ੍ਹਾ ਤੇ ਨੇ, ਕਿਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਕਿਵੇਂ ਵਿਉਂਤਬੰਦੀਆਂ ਕੀਤੀਆਂ ਗਈਆਂ, ਕਿਵੇਂ ਉਹ ਸਰੂਪ ਜਿਹੜੇ ਨੇ ਜਿਹੜੇ ਕਿ ਉਹਨਾਂ ਦੇ ਅੰਗ ਪਾੜੇ ਗਏ, ਖਿਲਾਰੇ ਗਏ, ਤੇ ਬਾਕੀ ਜਿਹੜਾ ਸਰੂਪ ਹਾਲਾਂਕਿ ਜਿਹੜਾ ਮਿਲਿਆ ਹੀ ਨਹੀਂ ਜਿਸ ਦੇ ਅੰਗ ਪਾੜੇ ਗਏ ਸੀ। ਆਉਣ ਵਾਲੀ 29 ਤਰੀਕ ਨੂੰ ਇਹੀ ਕੇਸ ਕੋਰਟ ਦੇ ਵਿੱਚ ਚਾਰਜ ਲੱਗੇਗਾ, ਕੌਣ ਕੌਣ ਦੋਸ਼ੀ ਆ, ਕਿੰਨਾ ਦੀ ਉੱਥੇ ਪੇਸ਼ੀ ਹੁੰਦੀ ਆ, ਜਾਂ ਕਿਹੜੇ ਦੋਸ਼ੀ ਪਾਏ ਜਾਂਦੇ ਆ। ਕਿ ਅਸੀਂ ਸਨਾਰੀਆ ਜੇਲ੍ਹ ਵਿੱਚ ਜਾ ਕਰਕੇ ਗੁਰਮੀਤ ਰਾਮ ਰਹੀਮ ਪੁੱਛ ਪੜਤਾਲ ਕੀਤੀ ਆ, ਉਹ ਵੀ ਇਸ ਕੇਸ ਦੇ ਵਿੱਚ ਉਹਦਾ ਨਾਮ ਦਰਜ ਕੀਤਾ ਗਿਆ, ਉਹਦੇ ਉੱਤੇ ਵੀ ਕੇਸ ਕੀਤਾ ਗਿਆ, ਉਹ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਕਿ ਇਹ ਮੇਨ ਦੋਸ਼ੀ ਆ, ਇਹਦੇ ਡੇਰੇ ਦੇ ਅੰਦਰ ਹੈ ਕਰਕੇ ਉਹ ਸਕੀਮਾਂ ਬਣੀਆਂ, ਪਲਾਨ ਬਣੇ, ਸਾਰਿਆਂ ਨੂੰ ਪਤਾ, ਇਹਦੇ ਬਾਰੇ ਕੋਈ ਭੁਲੇਖੇ ਵਾਲੀ ਗੱਲ ਨਹੀਂ। ਤੁਹਾਨੂੰ ਲੱਗਦਾ ਵੀ 100 ਦਿਨਾਂ ਦੀ ਸਰਕਾਰ ਕੁਝ ਸਹੀ ਕੰਮ ਠੋਸ ਕਦਮ ਚੁੱਕ ਰਹੀ? ਇਸ ਬੇਅਦਬੀ ਦੇ ਮਸਲੇ ਨੇ 3 ਮੁੱਖ ਮੰਤਰੀਆਂ ਦੀ ਬੜੀ ਲਈ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਸੁਰਖਾਬ। ਦੋਸਤੋ 2015 ਦੇ ਵਿੱਚ ਬੇਅਦਬੀ ਦਾ ਮਸਲਾ ਅਜਿਹਾ ਬਾਹਰ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਕਿ ਠੇਸ ਪਹੁੰਚਦੀ ਹੈ, ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ 2 ਸਰਕਾਰਾਂ ਬਦਲੀ ਜਾਂਦੀਆਂ ਤੇ ਸਰਕਾਰਾਂ ਜਦੋਂ ਵੀ ਆਉਂਦੀਆਂ ਨੇ ਸੱਤਾ ਤੋਂ ਪਹਿਲਾਂ ਵਾਅਦੇ ਕਰਦੀਆਂ ਨੇ ਕਿ ਅਸੀਂ ਦੋਸ਼ੀਆਂ ਨੂੰ ਫੜਾਂਗੇ, ਲੇਕਿਨ ਪੁਲਿਸ ਦੇ ਹੱਥ ਦੋਸ਼ੀਆਂ ਦੇ ਪੱਖੋਂ ਖਾਲੀ ਨੇ, ਇਨਵੈਸਟੀਗੇਸ਼ਨਾਂ ਹੁੰਦੀਆਂ ਨੇ, SITਆਂ ਬਣਦੀਆਂ ਨੇ, ਲੇਕਿਨ ਠੋਸ ਨਤੀਜੇ ਨਹੀਂ ਨਿਕਲਦੇ। ਜੇਕਰ ਹੁਣ ਅਸੀਂ ਗੱਲ ਕੀਤੀ ਜਾਵੇ ਤਾਂ ਸਪੋਕਸਮੈਨ ਟੀਵੀ ਤੇ ਸਭ ਤੋਂ ਪਹਿਲਾਂ ਤੁਸੀਂ ਫਾਈਨਲ ਜੋ ਇਨਵੈਸਟੀਗੇਸ਼ਨ ਰਿਪੋਰਟ ਹੈ ਉਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ 'ਚ। ਉਹ ਰਿਪੋਰਟ ਹੈ ਜਿਸ ਦੇ ਵਿੱਚ ਜੋ ਸੁਰਿੰਦਰਪਾਲ ਸਿੰਘ ਪਰਮਾਰ ਹੈ, ਜਿਨ੍ਹਾਂ ਵੱਲੋਂ ਪੂਰੀ SIT ਦੇ ਜਿਹੜਾ ਕਿ ਅਗਵਾਈ ਕਰਦੇ ਹੋਏ ਜਾਂਚ ਕੀਤੀ ਗਈ, ਜਦੋਂ CBI ਤੋਂ ਮਾਮਲਾ ਵਾਪਸ ਆਉਂਦਾ ਆ, ਤੇ ਉਸ ਤੋਂ ਬਾਅਦ ਪੂਰੀ ਦੀ ਪੂਰੀ ਰਿਪੋਰਟ, ਪੂਰੇ ਦਾ ਪੂਰਾ ਮਾਮਲਾ ਕਿਸ ਤਰੀਕੇ ਦੇ ਨਾਲ ਇਸ ਵਿੱਚ FIR ਦਰਜ ਕੀਤੀ ਗਈ, ਕਿਹਦੇ ਨਾਲ ਪੁੱਛਗਿੱਛ ਕੀਤੀ ਗਈ, ਖਾਸ ਤੌਰ ਤੇ ਜਦੋਂ ਰਾਮ ਰਹੀਮ ਨੂੰ ਪੁੱਛਗਿੱਛ ਕੀਤੀ ਜਾਂਦੀ ਹੈ ਸਨਾਰੀਆ ਜੇਲ੍ਹ ਦੇ ਵਿੱਚ, ਤੇ ਉਹ ਪੂਰਾ ਤਫਸੀਲ ਦੇ ਵਿੱਚ ਹਰ ਇੱਕ ਸਵਾਲ ਦਾ ਜਵਾਬ ਇਸ ਵਿੱਚ ਲਿਖਿਆ ਹੋਇਆ, ਕਿਸ ਤਰੀਕੇ ਦੇ ਨਾਲ ਕਿ ਪੂਰੀ ਘੇਰਾਬੰਦੀ ਕਿਵੇਂ ਕੀਤੀ ਗਈ ਜਾਂ ਕਿਸ ਤਰੀਕੇ ਨਾਲ ਵਿਉਂਤਬੰਦੀ ਕੀਤੀ ਗਈ, ਸਾਰੀਆਂ ਚੀਜ਼ਾਂ ਜਿਹੜੀਆਂ ਕਿ ਹੁਣ ਮੁੱਖ ਮੰਤਰੀ ਦੇ ਮੇਜ਼ ਤੱਕ ਪਹੁੰਚ ਚੁੱਕੀਆਂ ਨੇ। ਮੇਰੇ ਨਾਲ ਭਾਈ ਅਮਰੀਕ ਸਿੰਘ ਅਜਨਾਲਾ ਨੇ ਜੋ ਅੱਜ ਮੁੱਖ ਮੰਤਰੀ ਨਾਲ ਮੁਲਾਕਾਤ ਕਰਦੇ ਨੇ, ਤੇ ਉਸ ਸਮੇਂ ਉਹਨਾਂ ਨੂੰ ਰਿਪੋਰਟ ਸੌਂਪੀ ਜਾਂਦੀ ਹੈ। ਹਾਲਾਂਕਿ SIT ਦੇ ਮੁਖੀ ਪਰਮਾਰ ਵੀ ਉੱਥੇ ਹੁੰਦੇ ਨੇ, ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਹੁੰਦੇ ਨੇ, ਤੇ ਸਿੱਖ ਜਥੇਬੰਦੀਆਂ ਦੇ ਆਗੂ ਵੀ ਉੱਥੇ ਹੁੰਦੇ ਨੇ। ਭਾਈ ਸਾਹਿਬ ਜੀ, ਜਾਣਨਾ ਚਾਹਾਂਗੇ ਇਸ ਰਿਪੋਰਟ ਦੀ ਜਦੋਂ ਗੱਲਬਾਤ ਹੋਈ, ਅੱਜ ਤੁਸੀਂ ਉੱਥੇ ਮੁਲਾਕਾਤ ਕਰਨ ਗਏ ਭਗਵੰਤ ਮਾਨ ਜੀ ਨਾਲ, ਤਾਂ ਕਿਸ ਤਰੀਕੇ ਨਾਲ ਰਿਪੋਰਟ 'ਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਇਆ, ਕੀ ਗੱਲਬਾਤ ਤੁਹਾਡੇ ਨਾਲ ਕੀਤੀ ਗਈ ਉੱਥੇ? ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਰਿਪੋਰਟ ਬਾਰੇ ਸਾਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਅਸੀਂ 3 ਮੁੱਦਿਆਂ ਨੂੰ ਲੈ ਕਰਕੇ, ਬੇਅਦਬੀਆਂ ਨੂੰ ਲੈ ਕਰਕੇ ਮੁੱਖ ਮੰਤਰੀ ਦੇ ਨਾਲ ਅੱਜ ਮੀਟਿੰਗ ਦਾ ਸਾਨੂੰ ਸਮਾਂ ਮਿਲਿਆ ਸੀ। ਅਸੀਂ ਮਿੱਥੇ ਸਮੇਂ ਅਨੁਸਾਰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਪਰ ਮੀਟ ਕਰਨ ਵਾਸਤੇ ਗਏ। ਜਦੋਂ ਅਸੀਂ ਮੀਟਿੰਗ ਕੀਤੀ ਆ, ਮੀਟਿੰਗ ਦੌਰਾਨ ਹੀ ਸਾਨੂੰ ਜਿਹੜੇ IG ਰੈਂਕ ਦੇ ਪਰਮਾਰ ਅਫਸਰ ਆ, IPS ਅਫਸਰ ਆ, ਉਹਨਾਂ ਨੇ ਦੱਸਿਆ ਕਿ ਜਿਹੜੀ ਬੁਰਜ ਜਵਾਹਰ ਸਿੰਘ ਵਾਲਾ ਤੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੁੰਦੇ ਆ, ਉਹਦੀ ਅਸੀਂ ਜਾਂਚ ਪੜਤਾਲ ਕਰਕੇ ਰਿਪੋਰਟ ਇੱਕ ਤਿਆਰ ਕੀਤੀ ਆ। ਉਹ ਰਿਪੋਰਟ ਜਿਹੜੀ ਸਾਨੂੰ ਮੁੱਖ ਮੰਤਰੀ ਦੇ ਸਾਹਮਣੇ ਸਾਨੂੰ ਸੌਂਪੀ ਆ, ਅਸੀਂ ਜਨਤਕ ਕਰਦੇ ਮੀਡੀਆ ਦੇ ਰਾਹੀਂ, ਪਰ ਸਾਨੂੰ ਪਹਿਲਾਂ ਕੋਈ ਇਹਦੇ ਬਾਰੇ ਜਾਣਕਾਰੀ ਨਹੀਂ ਸੀ। ਅਸੀਂ ਮੀਟਿੰਗ ਦੌਰਾਨ ਉੱਥੇ ਗਏ ਤੇ ਸਾਨੂੰ ਇਹ ਜਿਹੜੀ ਉਹ ਬਰਗਾੜੀ ਕਾਂਡ ਵਾਲੀ ਕਹਿ ਲਓ ਜਾਂ ਬੁਰਜ ਜਵਾਹਰ ਸਿੰਘ ਵਾਲੀ ਜਿਹੜੀ ਘਟਨਾ ਹੈ, ਇਹਦੀ ਰਿਪੋਰਟ ਪੁਲਿਸ ਪ੍ਰਸ਼ਾਸਨ ਦੇ ਅਫਸਰਾਂ ਵੱਲੋਂ ਜਾਂ ਟੀਮ ਵੱਲੋਂ ਸਾਨੂੰ ਇਹ ਸੌਂਪੀ ਗਈ ਆ। ਬਾਕੀ ਜਿਹੜੇ 2 ਮਸਲੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਨੇਕਾਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਾਪਤਾ ਕਰਨਾ, ਉਹ ਅਜੇ ਬਾਕੀ ਰਹਿੰਦੀ ਹੈ। ਇਸੇ ਤਰ੍ਹਾਂ 2020 ਜੁਲਾਈ ਨੂੰ ਕਲਿਆਣ ਨਗਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੁੰਦੇ ਆ, ਉਹਦੇ ਬਾਰੇ ਮੁੱਖ ਮੰਤਰੀ ਵੱਲੋਂ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ 90 ਦਿਨਾਂ ਦੇ ਅੰਦਰ ਅੰਦਰ ਅਸੀਂ ਦੋਸ਼ੀ ਕੌਣ ਆ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਆ, ਜਾਂ ਕਿਸ ਦੇ ਕਾਰਨ ਕਰਕੇ ਜਾਂ ਕਿਸ ਦੇ ਕਹਿਣ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਚੋਰੀ ਕੀਤੇ ਗਏ। ਇਹ 2 ਜਿਹੜੀਆਂ ਚੋਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀਆਂ, ਇਹਨਾਂ ਦੇ ਬਾਰੇ ਸਾਨੂੰ ਉਹਨੇ ਵਿਸ਼ਵਾਸ ਦਿਵਾਇਆ। 90 ਦਿਨਾਂ ਦਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਰੀ ਦੀ ਘਟਨਾ, ਇਹਦੇ ਬਾਰੇ ਉਹਨਾਂ ਕੁਝ ਦਿਨ ਦਾ ਸਾਨੂੰ ਸਮਾਂ ਲਿਆ ਕਿ ਸਾਨੂੰ ਕੋਈ 2-4 ਦਿਨ ਸਮਾਂ ਦਿਓ, ਅਸੀਂ ਆਪਸ ਦੇ ਵਿੱਚ ਕੋਈ ਰਾਏ ਮਸ਼ਵਰਾ ਸਲਾਹ ਕਰਕੇ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਕਿ ਇਹ ਕਿਸ ਤਰ੍ਹਾਂ
ਕਿੰਨੇ ਦਿਨਾਂ ਦੇ ਵਿੱਚ ਸੁਲਝਾਇਆ ਜਾਂਦਾ। ਇਹ 3 ਮੁੱਦਿਆਂ ਨੂੰ ਅਸੀਂ ਲੈ ਕਰਕੇ ਗਏ ਸਾਂ। ਇੱਕ ਮੁੱਦੇ ਦੀ ਜਿਹੜੀ ਰਿਪੋਰਟ ਆ ਉਹ ਵਾਹਿਗੁਰੂ ਸਰਕਾਰ ਵੱਲੋਂ ਸਾਨੂੰ ਸੌਂਪੀ ਗਈ ਆ। ਕਲਿਆਣ ਵਾਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਦਾ ਮਸਲਾ, ਉਹਦਾ ਸਰਕਾਰ ਵੱਲੋਂ 90 ਦਿਨ ਦਾ ਸਮਾਂ ਲਿਆ ਹੈ। ਇਸੇ ਤਰ੍ਹਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਰੀ ਦਾ ਲਾਪਤਾ ਸਰੂਪਾਂ ਦਾ ਮਸਲਾ, ਉਹਦੇ ਬਾਰੇ ਆਉਣ ਵਾਲੇ 2-4 ਦਿਨਾਂ ਤੱਕ ਸਰਕਾਰ ਸਾਨੂੰ ਦੱਸੇਗੀ ਕਿ ਕਿੰਨਾ ਦਿਨਾਂ ਦੇ ਅੰਦਰ ਇਹ ਜਿਹੜੀ ਜਾਂਚ ਪੜਤਾਲ ਕਰਕੇ ਦੋਸ਼ੀਆਂ ਦਾ ਪਤਾ ਲੱਗ ਗਿਆ। ਇਹ ਅਜੇ ਜਿਹੜੀ ਜਾਂਚ ਪੜਤਾਲ ਅਧੂਰੀ ਆ। ਇਹ ਤਿੰਨਾਂ ਮਸਲਿਆਂ ਨੂੰ ਲੈ ਕਰਕੇ ਅਸੀਂ ਮੁੱਖ ਮੰਤਰੀ ਦੇ ਨਾਲ ਮੀਟਿੰਗ ਕੀਤੀ ਸੀ, ਜਿਹੜੀ ਇੱਕ ਰਿਪੋਰਟ ਉਹਨਾਂ ਨੇ ਸਾਨੂੰ ਦਿੱਤੀ। 3 ਮੁੱਦਿਆਂ ਨੂੰ ਲੈ ਕੇ ਜਦੋਂ ਪਰ ਰਿਪੋਰਟ ਸੌਂਪੀ ਗਈ, ਹਾਲਾਂਕਿ ਮੁੱਖ ਮੰਤਰੀ ਜਾਂ ਆਈਜੀ ਪਰਮਾਰ ਉੱਥੇ ਸੀਗੇ, ਕੋਈ ਗੱਲਬਾਤ ਹੋਈ ਹੋਊਗੀ ਇਸ ਰਿਪੋਰਟ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਕਿਵੇਂ ਵਿਉਂਤਬੰਦੀਆਂ ਕੀਤੀਆਂ ਗਈਆਂ, ਕਿਵੇਂ ਉਹ ਸਰੂਪ ਜਿਹੜੇ ਨੇ ਜਿਹੜੇ ਕਿ ਉਹਨਾਂ ਦੇ ਅੰਗ ਪਾੜੇ ਗਏ, ਖਿਲਾਰੇ ਗਏ, ਤੇ ਬਾਕੀ ਜਿਹੜਾ ਸਰੂਪ ਹਾਲਾਂਕਿ ਜਿਹੜਾ ਮਿਲਿਆ ਹੀ ਨਹੀਂ ਜਿਸ ਦੇ ਅੰਗ ਪਾੜੇ ਗਏ ਸੀ, ਇਸ ਬਾਰੇ ਕੋਈ ਚਰਚਾ? ਇਹਦੇ ਬਾਰੇ ਇਹ ਜਿਹੜੀ ਰਿਪੋਰਟ ਹੈ ਅੱਜ ਤੱਕ ਮੈਨੂੰ ਮਿਲਣੀ ਆ, ਕੋਈ 2 ਘੰਟੇ ਮਿਲੀ ਨੂੰ ਹੋਏ। ਅੱਜ ਮੈਂ ਚੰਗੀ ਤਰ੍ਹਾਂ ਪੜ੍ਹੀ ਨਹੀਂ। ਇਹਦੇ ਵਿੱਚ ਕੌਣ ਦੋਸ਼ੀ ਆ, ਕਿਸ ਤਰ੍ਹਾਂ ਇਹ ਵਿਉਂਤਬੰਦੀ ਹੋਈ ਆ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਜਿਹੜੇ ਅੰਗ ਆ ਉਹ ਕਿਸ ਜਗ੍ਹਾ ਤੇ ਨੇ, ਕਿਸ ਤਰ੍ਹਾਂ ਹੈ, ਇਹਦੇ ਬਾਰੇ ਇਹ ਜਾਂਚ ਦਾ ਜਿਹੜਾ ਪੜ੍ਹਨ ਦਾ ਵਿਸ਼ਾ ਅਧੂਰਾ। ਇਹਦੀ ਪੂਰੀ ਜਾਣਕਾਰੀ ਅਜੇ ਮੈਨੂੰ ਨਹੀਂ। ਜਿਹੜੀ ਰਿਪੋਰਟ ਮੈਨੂੰ ਉਹਨਾਂ ਨੇ ਦਿੱਤੀ ਸੀ ਉਹ ਅਸੀਂ ਮੀਡੀਆ ਦੇ ਰਾਹੀਂ ਜਨਤਕ ਕੀਤੀ ਆ ਵੀ ਇਹ ਬਰਗਾੜੀ ਜਾਂ ਬੁਰਜ ਜਵਾਹਰ ਸਿੰਘ ਵਾਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪ ਚੋਰੀ ਹੋਏ ਆ, ਉਹਨਾਂ ਦੀ ਇਹ ਜਾਂਚ ਰਿਪੋਰਟ ਜਿਹੜੀ ਤਿਆਰ ਕਰਕੇ ਆਉਣ ਵਾਲੀ 29 ਤਰੀਕ ਨੂੰ ਇਹੀ ਕੇਸ ਕੋਰਟ ਦੇ ਵਿੱਚ ਚਾਰਜ ਤੇ ਲੱਗੇਗਾ। ਕੌਣ ਕੌਣ ਦੋਸ਼ੀ ਆ, ਕਿੰਨਾ ਦੀ ਉੱਥੇ ਪੇਸ਼ੀ ਹੁੰਦੀ ਆ, ਜਾਂ ਕਿਹੜੇ ਦੋਸ਼ੀ ਪਾਏ ਜਾਂਦੇ ਆ, ਇਹ ਅਜੇ ਆਉਣ ਵਾਲੇ ਦਿਨਾਂ ਤੱਕ ਅਸੀਂ ਜਨਤਕ ਕਰਾਂਗੇ। ਜਾਂ ਪੂਰੀ ਇਸ ਰਿਪੋਰਟ ਦੇ ਵਿੱਚ ਪੂਰੀ ਤਫਸੀਲ ਆ, 467 ਪੰਨਿਆਂ ਦੀ ਰਿਪੋਰਟ ਹੈ। ਪਰ ਇਸ ਦੌਰਾਨ ਪਰਮਾਰ ਜੀ ਵੱਲੋਂ ਜਾਂ ਭਗਵੰਤ ਮਾਨ ਵੱਲੋਂ ਕੋਈ ਕਿਤੇ ਜ਼ਿਕਰ ਹੋਇਆ ਹੋਵੇ ਵੀ ਫਲਾਨਾ ਦੋਸ਼ੀ ਸੀ, ਜਾਂ ਇਸ ਤੇ ਜ਼ਿਆਦਾ ਜਿਹੜੀ ਘੇਰਾਬੰਦੀ ਕੀਤੀ ਜਾਂਦੀ, ਹਾਲਾਂਕਿ ਡੇਰਾ ਸਿਰਸਾ ਦਾ ਨਾਮ, ਮੁਖੀ ਦਾ ਨਾਮ ਲਗਾਤਾਰ ਆਉਂਦਾ ਰਿਹਾ, ਕੋਈ ਜ਼ਿਕਰ ਹੋਇਆ ਹੋਵੇ? ਉਹਦੇ ਵਿੱਚ ਜਿਹੜੇ ਪਰਮਾਰ ਸੀ ਆਈਜੀ ਰਿੰਕ ਦੇ ਅਫਸਰ ਆ, ਉਹਨਾਂ ਨੇ ਦੱਸਿਆ ਕਿ ਅਸੀਂ ਸਨਾਰੀਆ ਜੇਲ੍ਹ ਵਿੱਚ ਜਾ ਕਰਕੇ ਗੁਰਮੀਤ ਰਾਮ ਰਹੀਮ ਪੁੱਛ ਪੜਤਾਲ ਕੀਤੀ ਆ। ਉਹ ਵੀ ਇਸ ਕੇਸ ਦੇ ਵਿੱਚ ਉਹਦਾ ਨਾਮ ਦਰਜ ਕੀਤਾ ਗਿਆ, ਉਹਦੇ ਉੱਤੇ ਵੀ ਕੇਸ ਕੀਤਾ ਗਿਆ, ਉਹ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ। ਜੇਕਰ ਭਾਈ ਸਾਹਿਬ ਜੀ ਇਸ ਰਿਪੋਰਟ ਦੀ ਗੱਲ ਕੀਤੀ ਜਾਵੇ, ਤੁਸੀਂ ਕਹਿੰਦੇ ਹੋ ਕਿ ਪੂਰੀ ਸਨਾਰੀਆ ਜੇਲ੍ਹ 'ਚ ਜਾਂਚ ਪੜਤਾਲ ਹੋਈ, ਤਾਂ ਜਿੰਨੇ ਵੀ ਸਵਾਲ ਕੀਤੇ ਗਏ ਨੇ ਤਾਂ ਜ਼ਿਆਦਾਤਰ ਗੁਰਮੀਤ ਰਾਮ ਰਹੀਮ ਵੱਲੋਂ ਆਪਣੀ ਮੈਨੇਜਮੈਂਟ ਤੇ ਪਾਏ ਗਏ ਨੇ, ਜਾਂ ਫਿਰ ਇਹ ਗੱਲ ਕਹੀ ਗਈ ਕਿ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਜਿਸ ਤਰੀਕੇ ਦੇ ਨਾਲ ਉੱਥੇ ਲੋਕਟ ਮਿਲਣੇ ਜਾਂ ਡੇਰਾ ਪ੍ਰੇਮੀਆਂ ਦਾ ਜ਼ਿਕਰ ਆਉਣਾ, ਤੇ ਉਸ ਤੋਂ ਸਵਾਲਾਂ ਦੇ ਜਵਾਬ ਸਿਰਫ ਇਹ ਕਹਿ ਕੇ ਕਿ ਮੈਨੂੰ ਨੌਲੇਜ ਨਹੀਂ ਹੈ ਜਾਂ ਮੈਨੂੰ ਨਹੀਂ ਪਤਾ, ਤੁਹਾਨੂੰ ਕੀ ਲੱਗਦਾ ਕੀ ਮਨਸ਼ਾ ਹੋ ਸਕਦੀ? ਵੇਖੋ, ਉਹਨੇ ਤੇ ਕਹਿਣਾ ਕਿ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ, ਤੇ ਪ੍ਰਸ਼ਾਸਨ ਨੇ ਵੇਖਣਾ ਵੀ ਜਾਣਕਾਰੀ ਹੈ, ਦੋਸ਼ੀ ਹੈ ਜਾਂ ਨਹੀਂ। ਇਹ ਤੇ ਪੜਤਾਲ ਜਿਹੜੀ ਉਹ ਤੇ ਜਾਂਚ ਕਮੇਟੀ ਨੇ ਕਰਨੀ ਆ ਜਾਂ ਪੁਲਿਸ ਅਫਸਰਾਂ ਨੇ ਕਰਨੀ ਆ, ਜਿਹੜੀ ਕਮੇਟੀ ਬਣੀ ਆ ਉਹਨਾਂ ਨੇ ਕਰਨੀ ਆ। ਕਦੇ ਦੋਸ਼ੀ ਨੇ ਕਿਹਾ ਕਿ ਮੈਂ ਦੋਸ਼ੀ ਹਾਂ। ਚੋਰ ਕਦੇ ਨਹੀਂ ਕਹਿੰਦਾ ਹੁੰਦਾ ਕਿ ਮੈਂ ਚੋਰ ਹਾਂ, ਮੈਂ ਚੋਰੀ ਕੀਤੀ। ਚੋਰ ਹਮੇਸ਼ਾ ਵਾਸਤੇ ਮੁਕਰਦਾ ਹੀ ਹੁੰਦਾ ਹੈ। ਉਹ ਸਾਰੀ ਜਨਤਾ ਨੂੰ ਪਤਾ, ਸਿੱਖ ਸੰਗਤਾਂ ਨੂੰ ਪਤਾ ਹੈ ਕਿ ਇਹ ਮੇਨ ਦੋਸ਼ੀ ਆ, ਇਹਦੇ ਡੇਰੇ ਦੇ ਅੰਦਰ ਇਹ ਕਰਕੇ ਉਹ ਸਕੀਮਾਂ ਬਣੀਆਂ, ਪਲਾਨ ਬਣੇ, ਸਾਰਿਆਂ ਨੂੰ ਪਤਾ। ਇਹਦੇ ਬਾਰੇ ਕੋਈ ਭੁਲੇਖੇ ਵਾਲੀ ਗੱਲ ਨਹੀਂ। ਜਾਮੇ ਇਨਸਾਨ ਦੀ ਗੱਲ ਹੁੰਦੀ ਜਦੋਂ ਸਿੱਖਾਂ ਦੀਆਂ ਭਾਵਨਾਵਾਂ, ਹਾਲਾਂਕਿ ਠੇਸ ਬਹੁਤ ਵੱਡਾ ਲੱਗਦਾ, ਸਲਾਬਤਪੁਰੇ ਡੇਰੇ ਦੇ ਵਿੱਚ ਜੋ ਕੁਝ ਹੁੰਦਾ ਆ, ਪੋਸ਼ਾਕ ਪਾਈ ਜਾਂਦੀ ਆ, ਉਸ ਦੇ ਬਾਰੇ ਵੀ ਜ਼ਿਕਰ ਕੀਤਾ ਗਿਆ ਕਿ ਮੈਨੂੰ ਕਿਸੇ ਨੇ ਕੋਈ ਸਲਾਹ ਨਹੀਂ ਦਿੱਤੀ। ਪੋਸ਼ਾਕ ਬਾਰੇ ਕੋਈ ਜ਼ਿਕਰ ਨਹੀਂ ਹੈ ਕਿ ਜੋ ਪੋਸ਼ਾਕ ਲੈ ਕੇ ਆਏ ਉਸ ਦੇ ਬਾਰੇ ਮੈਂ ਨਹੀਂ ਜਾਣਦਾ, ਮੈਂ ਨਾਮ ਨਹੀਂ ਜਾਣਦਾ। ਹਾਲਾਂਕਿ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਸਵਾਲਾਂ ਦੇ ਜਵਾਬ ਡੇਰਾ ਸਿਰਸਾ ਵੱਲੋਂ ਦਿੱਤੇ ਗਏ ਜਾਂ ਰਾਮ ਰਹੀਮ ਵੱਲੋਂ ਦਿੱਤੇ ਗਏ, ਹਾਲਾਂਕਿ ਸਿੱਖ ਜਥੇਬੰਦੀਆਂ ਇਹ ਕਹਿੰਦੀਆਂ ਨੇ ਕਿ ਇੱਕ ਪੂਰੀ ਵਿਉਂਤਬੰਦੀ ਦੇ ਨਾਲ ਸਾਰਾ ਕੁਝ ਕੀਤਾ ਗਿਆ, ਡੇਰੇ ਦਾ ਹੱਥ ਹੋ ਸਕਦਾ ਹੈ, ਵਾਰ-ਵਾਰ ਡੇਰੇ ਦਾ ਜ਼ਿਕਰ ਆਉਂਦਾ ਆ, ਇਹ ਸਵਾਲਾਂ ਦੇ ਜਵਾਬਾਂ ਤੋਂ ਕੀ ਲੱਗਦਾ? ਵੇਖੋ, ਜਿਹੜਾ ਤੁਹਾਡਾ ਦੂਜਾ ਸਵਾਲ ਹੈ ਨਾ ਪੋਸ਼ਾਕ ਵਾਲਾ, ਇਹਦੇ ਬਾਰੇ ਕੋਈ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ। ਮੈਨੂੰ ਤੇ ਜਿਹੜੀ ਆ ਰਿਪੋਰਟ ਉਹਨਾਂ ਨੇ ਸੌਂਪੀ ਹੈ, ਇਹਦੇ ਬਾਰੇ ਕੋਈ ਥੋੜ੍ਹੀ ਬਹੁਤੀ ਜਾਣਕਾਰੀ ਆ, ਉਹ ਵੀ ਉਹਨਾਂ ਦੇ ਦੱਸਣ ਮੁਤਾਬਕ, ਤੇ ਰਿਪੋਰਟ ਮੈਂ ਪੂਰੀ ਚੰਗੀ ਤਰ੍ਹਾਂ ਅਜੇ ਤੱਕ ਪੜ੍ਹੀ ਨਹੀਂ। ਕੀ ਹੋਰ ਥੋੜ੍ਹਾ ਜਿਹਾ ਤਫਸੀਲ ਨਾਲ ਮੀਟਿੰਗ ਹੋਈ, ਤੁਸੀਂ ਆਪਦੇ ਮੁੱਦੇ ਰੱਖੇ, ਪਰ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਇਸ ਰਿਪੋਰਟ ਵਿੱਚ ਤੁਹਾਨੂੰ ਜਿਹੜੀ ਫਾਈਨਲ ਰਿਪੋਰਟ ਸੌਂਪ ਦਿੱਤੀ ਗਈ, ਉਦੋਂ ਕੀ ਜ਼ਿਕਰ ਹੁੰਦਾ ਆ ਗੱਲਾਂ ਬਾਤਾਂ ਦਾ ਮੁੱਖ ਮੰਤਰੀ ਵੱਲੋਂ ਜਾਂ ਪਰਮਾਰ ਵੱਲੋਂ? ਉਹਨਾਂ ਨੇ ਇਹੀ ਦੱਸਿਆ ਕਿ ਇਸ ਰਿਪੋਰਟ ਦੇ ਵਿੱਚ ਜਿਹੜਾ ਸਾਨੂੰ ਦੋਸ਼ੀ ਲੱਗਿਆ ਉਹਨੂੰ ਅਸੀਂ ਕੇਸ ਦੇ ਵਿੱਚ ਨਾਮਜ਼ਦ ਕੀਤਾ। ਕਿਸੇ ਦੇ ਨਾਲ ਅਸੀਂ ਲਿਹਾਜ਼ ਜਾਂ ਉਹਨੂੰ ਪਾਸੇ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜਾ ਇਸ ਜਾਂਚ ਦੇ ਵਿੱਚ ਦੋਸ਼ੀ ਪਾਇਆ ਗਿਆ ਉਹਨੂੰ ਦੋਸ਼ੀ ਸਾਬਤ ਕੀਤਾ ਤੇ ਉਹਦੇ ਤੇ ਕੇਸ ਦਰਜ ਕੀਤਾ ਜੀ। ਜੇਕਰ ਗੱਲ ਕਰ ਰਹੀ ਹੈ, SITਆਂ ਬਹੁਤ ਬਣੀਆਂ, 2 ਸਰਕਾਰਾਂ ਬਦਲ ਗਈਆਂ, ਤੀਸਰੀ ਸਰਕਾਰ ਜਿਹੜੀ ਮੌਜੂਦਾ ਆ ਉਹ ਵੀ ਵਾਅਦੇ ਕਰਦੀ ਸੀ ਕਿ ਬਰਗਾੜੀ ਵਾਲੇ ਦੋਸ਼ੀਆਂ ਨੂੰ ਜ਼ਰੂਰ ਫੜਾਂਗੇ, ਸਿੱਖਾਂ ਨੂੰ ਇਨਸਾਫ ਦਿਵਾਵਾਂਗੇ। ਤੁਹਾਨੂੰ ਲੱਗਦਾ ਵੀ 100 ਦਿਨਾਂ ਦੀ ਸਰਕਾਰ ਕੁਝ ਸਹੀ ਕੰਮ, ਠੋਸ ਕਦਮ ਚੁੱਕ ਰਹੀ? ਜੇ ਤੇ ਆਪਾਂ ਉਹਨਾਂ ਦੀ ਰਿਪੋਰਟ ਵੱਲ ਨਿਗਾਹ ਮਾਰੀਏ ਤੇ ਫਿਰ ਵਿਸ਼ਵਾਸ ਵੱਧਦਾ, ਤੇ ਬਾਕੀ ਸਰਕਾਰਾਂ ਤੇ ਉਹਨਾਂ ਚਿਰ ਵਿਸ਼ਵਾਸ ਨਹੀਂ ਹੁੰਦਾ ਜਿੰਨਾ ਚਿਰ ਤੱਕ ਪੂਰੀ ਕਾਰਗੁਜ਼ਾਰੀ ਨਹੀਂ ਕੀਤੀ ਜਾਂਦੀ।
ਜਦੋਂ ਪੂਰੀ ਕਾਰਗੁਜ਼ਾਰੀ ਹੋਊਗੀ ਕੋਰਟ ਕੇਸ ਹੋਊਗਾ, ਚਾਰਜ ਤੇ ਲੱਗੂਗਾ। ਜਦੋਂ ਦੋਸ਼ੀ ਤਰੀਕਾਂ ਤੇ ਆਉਣਗੇ, ਕੋਰਟ ਵਿੱਚ ਪੇਸ਼ੀਆਂ ਭੁਗਤਣਗੇ, ਫਿਰ ਪਤਾ ਲੱਗੇ ਵੀ ਕੌਣ ਦੋਸ਼ੀ ਆ ਜਾਂ ਬਾਹਰ ਉਹਨਾਂ ਦੇ ਮਗਰ ਉਹਨਾਂ ਦੀ ਸਪੋਰਟ ਕੌਣ ਕਰਦਾ। ਇਸ ਕਰਕੇ ਬਾਅਦ ਵਿੱਚ ਪਤਾ ਅਜੇ ਤੇ ਸਾਨੂੰ ਉਹਨਾਂ ਨੇ ਰਿਪੋਰਟ ਸੌਂਪੀ ਆ, ਰਿਪੋਰਟ ਦੇ ਵਿੱਚ ਕੀ ਆ ਅਜੇ ਪੜ੍ਹਿਆ ਨਹੀਂ, ਕੇਸ ਕਿਹਨਾਂ ਤੇ ਆ, ਜਦੋਂ ਚਾਰਜ ਤੇ ਕੇਸ ਲੱਗਣਾ ਉਹ ਕਿਹਨਾਂ ਤੇ ਚਾਰਜ ਕੇਸ ਲੱਗਦਾ ਉਹ ਬਾਅਦ ਦਾ ਵਿਸ਼ਾ ਜੀ। ਅਜੇ ਬਾਅਦ ਦੀ ਜਾਣਕਾਰੀ ਉਹ ਬਾਅਦ ਦੀ ਅਜੇ ਉਹ ਕੁਝ ਸਮੇਂ ਬਾਅਦ ਹੋ ਸਕਦੀ ਹੈ। ਕੀ ਲੱਗਦਾ ਹੈ, ਤੁਸੀਂ ਸਿੱਖ ਆਗੂ ਹੋ, ਤੁਸੀਂ ਅੱਜ ਮੁਲਾਕਾਤ ਕਰਨ ਗਏ ਹੋ, ਹਾਲਾਂਕਿ ਪੁਰਾਣੀਆਂ ਸਰਕਾਰਾਂ ਰਹੀਆਂ ਨੇ, ਉਹਨਾਂ ਤੋਂ ਆਸ ਉਮੀਦ ਰੱਖੀ ਆ, ਸਮੇਂ-ਸਮੇਂ ਤੇ ਧਰਨੇ ਲੱਗੇ ਨੇ, ਉਹ ਮੋਰਚੇ ਧਰਨੇ ਚੁਕਾਏ ਵੀ ਗਏ, ਹੁਣ ਲੱਗਦਾ ਹੈ ਵੀ ਫਿਰ ਵੀ ਕਿਤੇ ਨਾ ਕਿਤੇ ਸਰਕਾਰ ਐਕਸ਼ਨ ਮੋਡ 'ਚ ਲੱਗਦੀ ਹੈ? ਵੇਖੋ, ਜੋ ਉਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਵਿਸ਼ਵਾਸ ਦਿਵਾਇਆ ਜਾਂ ਸਰਕਾਰ ਬਣ ਕੇ ਵਿਸ਼ਵਾਸ ਦਿਵਾਇਆ, ਉਹਨਾਂ ਦਾ ਇਹੀ ਇੱਕ ਆ ਕਿ ਅਸੀਂ ਕੋਈ ਵੀ ਗਲਤ ਕੰਮ ਸਰਕਾਰ ਦੇ ਦੌਰਾਨ ਨਹੀਂ ਕਰਾਂਗੇ। ਬੇਅਦਬੀ ਵਾਲੇ ਜਿਹੜੇ ਦੋਸ਼ੀਆਂ ਨੂੰ ਪਹਿਲ ਦੇ ਆਧਾਰ ਤੇ ਕਾਨੂੰਨ ਦੇ ਕਟਾਰੇ ਵਿੱਚ ਖੜਾਂਗੇ। ਬਾਕੀ ਆਉਣ ਵਾਲੇ ਦਿਨਾਂ ਵਿੱਚ ਕੀ ਹੁੰਦਾ ਉਹ ਤੇ ਸਮੇਂ ਨੇ ਦੱਸ ਦੇਣਾ ਵੀ ਸੱਚ ਆ ਕਿ ਝੂਠ ਆ, ਅਸਲ ਆ ਕਿ ਨਕਲ ਆ। ਆਉਣ ਵਾਲੇ ਸਭ ਦਿਨਾਂ ਵਿੱਚ ਸੱਚ ਦਾ ਸੱਚ ਤੇ ਝੂਠ ਦਾ ਝੂਠ ਸਾਰੇ ਸੰਗਤਾਂ ਦੇ ਸਾਹਮਣੇ ਨਸ਼ਰ ਹੋ ਜਾਣਾ। ਪਰਦੇ ਵਾਲੀ ਕੋਈ ਗੱਲ ਹੀ ਨਹੀਂ। ਜੋ ਕੁਝ ਵੀ ਹੋਇਆ ਜਾਂ ਗੱਲਾਂ ਸਮੇਂ-ਸਮੇਂ ਤੇ ਆਈਆਂ ਕਿ ਡੇਰੇ 'ਚ ਮੀਟਿੰਗ ਹੋਈ ਸੀ, ਡੇਰੇ 'ਚ ਹੀ ਸਾਰੀ ਵਿਉਂਤਬੰਦੀ ਬਣੀ, ਡੇਰੇ ਦੇ ਲੋਕ ਕਿਸ ਤਰੀਕੇ ਨਾਲ ਸਰੂਪ ਚੋਰੀ ਕਰਦੇ ਨੇ, ਇਹ ਗੱਲਾਂ ਉਸ ਸਮੇਂ ਦੋਸ਼ ਲੱਗਦੇ ਰਹੇ ਡੇਰੇ ਤੇ, ਡੇਰਾ ਸਿਰਸਾ ਤੇ। ਉਹਨਾਂ ਸਾਰੀਆਂ ਗੱਲਾਂ ਦਾ ਜਵਾਬ ਜਿਹੜਾ ਕਿ ਮੈਨੂੰ ਨਹੀਂ ਪਤਾ ਜਾਂ ਇਹ ਗੱਲ ਕਹਿ ਕੇ ਕਿ ਮੈਨੂੰ ਇਸ ਚੀਜ਼ਾਂ ਬਾਰੇ ਕੋਈ ਨੌਲੇਜ ਨਹੀਂ, ਜਾਣਕਾਰੀ ਨਹੀਂ ਹੈ। ਤੁਹਾਨੂੰ ਕੀ ਲੱਗਦਾ ਵੈਸੇ, ਤੁਸੀਂ ਜੇਕਰ ਇਸ ਪੂਰੇ ਮਸਲੇ ਨੂੰ ਬੜਾ ਨੇੜਿਓਂ ਦੇਖਦੇ ਰਹੇ ਹੋ, ਵਿਚਰਦੇ ਰਹੇ ਹੋ, ਤੁਹਾਨੂੰ ਕੀ ਲੱਗਦਾ ਕਿ ਡੇਰਾ ਸਿਰਸਾ ਦੀ ਕਿੰਨੀ ਕੁ ਇਨਵੋਲਵਮੈਂਟ ਰਹੀ ਹੈ? ਜਿਹੜਾ ਤਕਰੀਬਨ ਮਾਲਵੇ ਦੇ ਵਿੱਚ ਬੇਅਦਬੀ ਵਾਲਾ ਦੌਰ ਚੱਲਿਆ ਹੈ, ਉਹ ਮੇਨ ਕਾਰਨ ਜਾਂ ਮੇਨ ਦੋਸ਼ੀ ਉਹ ਸਰਸੇ ਵਾਲੇ ਡੇਰੇ ਦੇ ਨਾਲ ਸੰਬੰਧਿਤ ਲੋਕ ਹੁੰਦੇ ਸੀ। ਜੋ ਮੈਂ ਵੇਖਿਆ, ਮੈਂ ਸੁਣਿਆ, ਜਾਂ ਪੁਲਿਸ ਹਿਰਾਸਤ ਵਿੱਚ ਵੀ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਆ, ਉਹ ਜ਼ਿਆਦਾਤਰ ਜਿਹੜੇ ਲੋਕ ਸੀ ਉਹ ਸਰਸਾ ਪ੍ਰੇਮੀ ਡੇਰੇ ਨਾਲ ਸੰਬੰਧਿਤ ਸਨ। ਉਹਨਾਂ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਜੋ ਮੈਂ ਵੇਖਿਆ ਸੁਣਿਆ ਸੀ। ਲੱਗਦਾ ਵੀ ਇਨਵੋਲਵਮੈਂਟ ਪੂਰੀ ਤਰ੍ਹਾਂ ਉਹਨਾਂ ਦੀ ਹੈ, ਪਰ ਸਵਾਲਾਂ ਤੋਂ ਭੱਜਿਆ ਜਾ ਰਿਹਾ ਇੱਥੇ। ਇਹ ਤੇ ਪਤਾ ਹੈ ਵੀ ਜਿਹੜਾ ਕੋਈ ਵੀ ਬੰਦਾ ਚੋਰ ਹੈ, ਚੋਰੀ ਕਰਨ ਵਾਲਾ ਥੋੜਾ ਕਹਿੰਦਾ ਹੁੰਦਾ ਮੈਂ ਚੋਰੀ ਕੀਤੀ। ਚੋਰ ਦਾ ਕੰਮ ਹੈ ਮੁਕਰਨਾ, ਪਰ ਸਰਕਾਰ ਤੇ ਪ੍ਰਸ਼ਾਸਨ ਦਾ ਕੰਮ ਹੁੰਦਾ ਵੀ ਅਸਲੀਅਤ ਜਨਤਾ ਦੇ ਸਾਹਮਣੇ ਕਰਨੀ। ਚੋਰ ਨੇ ਤੇ ਕਹਿਣੇ ਆ ਕਿ ਮੈਂ ਚੋਰੀ ਨਹੀਂ ਕੀਤੀ। ਸਰਸੇ ਵਾਲਾ ਇੱਕ ਚੋਰ ਆ, ਇਹਦੇ ਤੇ ਚੋਰੀ ਦਾ ਦੋਸ਼ ਲੱਗਦਾ, ਬੇਅਦਬੀ ਦਾ ਇਹਦੇ ਤੇ ਦੋਸ਼ ਲੱਗਦਾ, ਉਹਨੇ ਤੇ ਮੁਕਰਨਾ। ਇਹ ਸਰਕਾਰ ਨੇ ਵੇਖਣਾ ਉਹਦੀਆਂ ਗੱਲਾਂ ਵਿੱਚੋਂ, ਉਹਦੇ ਸਵਾਲਾਂ ਵਿੱਚੋਂ ਵੀ ਇਹਦੇ ਜਵਾਬ, ਇਹ ਜਿਹੜੇ ਸਵਾਲ ਇਹ ਸਹੀ ਆ ਜਾਂ ਗਲਤ ਆ। ਇਹ ਤੇ ਪ੍ਰਸ਼ਾਸਨ ਜਾਂ ਉਹ ਜਿਹੜੀ ਸਿੱਟ ਬਣੀ ਉਹਨੇ ਸਿੱਧ ਕਰਨਾ ਨਾ ਵੀ ਸਹੀ ਹੈ ਕਿ ਗਲਤ ਹੈ। ਸਾਬਕਾ ਸਰਕਾਰਾਂ ਬਾਰੇ ਵੀ ਗੱਲਬਾਤ ਹੋਈ, ਉਸ ਸਮੇਂ ਦੇ ਹੋਮ ਮਿਨਿਸਟਰ ਬਾਰੇ ਵੀ ਗੱਲਬਾਤ ਹੋਈ ਕਿ ਇਹਨਾਂ ਦੇ ਖਿਲਾਫ ਵੀ ਮਾਮਲੇ ਦਰਜ ਨੇ ਉਸ ਮੀਟਿੰਗ ਦੌਰਾਨ? ਨਹੀਂ ਜੀ, ਅਸੀਂ ਤਿੰਨ ਮੁੱਦਿਆਂ ਨੂੰ ਲੈ ਕੇ ਗਏ ਸੀ ਜਿਹੜੇ ਚੋਰੀ ਸਰੂਪ ਹੋਇਆ। ਹੋਰ ਬਾਕੀ ਇਹਨਾਂ ਤੋਂ ਇਲਾਵਾ ਕਿਸੇ ਮੁੱਦੇ ਤੇ ਸਾਡੀ ਕੋਈ ਗੱਲਬਾਤ ਨਹੀਂ ਹੋਈ। ਤਾਂ ਤੁਸੀਂ ਕੀ ਮੰਗ ਕਰਦੇ ਹੋ ਵੀ ਉਹ ਸਾਬਕਾ ਸਰਕਾਰਾਂ ਨੇ, ਹਾਲਾਂਕਿ ਜਿਸ ਤਰੀਕੇ ਨਾਲ ਗੋਲੀਆਂ ਚੱਲੀਆਂ ਉਸ ਦੌਰਾਨ 2 ਸਿੰਘ ਸ਼ਹੀਦ ਹੁੰਦੇ ਨੇ, ਉਹ ਸਾਰੀਆਂ ਚੀਜ਼ਾਂ ਨੇ, ਉਹਨੇ ਤੁਹਾਨੂੰ ਦੋਸ਼ੀ ਕੌਣ ਲੱਗਦਾ ਹੈ? ਵੇਖੋ, ਜਿਹੜੇ ਸਿੰਘ 2 ਸ਼ਹੀਦ ਹੋਏ ਆ, ਉਹਨਾਂ ਦੇ ਜਿਹੜੇ ਕਾਤਲ ਆ, ਕਿਹਨਾਂ ਨੇ ਗੋਲੀ ਚਲਾਈ, ਕਿਹਦੇ ਕਹਿਣ ਤੇ ਚਲਾਈ, ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਆ। ਅਸੀਂ ਇੱਕ ਧਾਰਮਿਕ ਲੈਣ ਦੇ ਬੰਦੇ ਆ। ਬਾਕੀ ਸਮਾਜਿਕ, ਰਾਜਨੀਤਿਕ ਜਾਂ ਰਾਜਨੀਤੀ ਕਿਸ ਤਰ੍ਹਾਂ ਦੀ ਹੁੰਦੀ ਹੈ ਸਾਰਾ ਤੁਹਾਨੂੰ ਪਤਾ। ਅਸੀਂ ਤੇ ਧਾਰਮਿਕ ਮੁੱਦੇ ਤੇ ਧਾਰਮਿਕ ਵਿਸ਼ੇ ਤੇ ਕੋਈ ਗੱਲ ਕਰ ਸਕਦੇ ਹਾਂ। ਕਹਿ ਰਹੇ ਹੋ ਰਾਜਨੀਤੀ ਜਿਵੇਂ ਹੁੰਦੀ ਹੈ, ਤੁਹਾਨੂੰ ਲੱਗਦਾ ਵੀ ਹੁਣ ਤੱਕ ਰਾਜਨੀਤੀ ਦੀ ਭੇਟ ਹੀ ਚੜ੍ਹਦਾ ਆਇਆ ਮੁੱਦਾ? ਇਹ ਤੇ ਤੁਹਾਨੂੰ ਹੀ ਪਤਾ, ਮੇਰੇ ਨਾਲੋਂ ਤੁਹਾਨੂੰ ਜ਼ਿਆਦਾ ਪਤਾ। ਤੁਸੀਂ ਮੀਡੀਆ ਵਾਲੇ ਆ, ਤੁਹਾਡਾ ਵਾਹ ਵਾਸਤਾ ਰਾਜਨੀਤਿਕ ਲੋਕਾਂ ਨਾਲ ਸਾਡੇ ਨਾਲੋਂ ਜ਼ਿਆਦਾ ਪੈਂਦਾ। ਮੇਰੇ ਨਾਲੋਂ ਤੁਹਾਨੂੰ ਜ਼ਿਆਦਾ ਜਾਣਕਾਰੀ ਆ ਵੀ ਰਾਜਨੀਤਿਕ ਲੋਕ ਕੀ ਕਰਦੇ ਹੁੰਦੇ ਆ। ਕੀ ਲੱਗਦਾ ਵੀ ਰਾਜਨੀਤੀ ਖਤਮ ਹੋ ਜੂਗੀ, ਇਨਸਾਫ ਮਿਲੂਗਾ ਸਿੱਖਾਂ ਨੂੰ? ਰਾਜਨੀਤੀ ਤੇ ਰਾਜਨੀਤੀ ਰਹਿਣੀ ਆ, ਪਰ ਜਿੰਨਾ ਚਿਰ ਤੱਕ ਬੇਅਦਬੀ ਵਾਲਾ ਮਸਲਾ ਸੁਲਝਣਾ ਨਹੀਂ, ਉਹਨਾਂ ਚਿਰ ਰਾਜਨੀਤੀ ਕਿਸੇ ਦੀ ਵੀ ਸਿਖਰ ਤੇ ਨਹੀਂ ਜਾ ਸਕਦੀ। ਇਸ ਬੇਅਦਬੀ ਦੇ ਮਸਲੇ ਨੇ 3 ਮੁੱਖ ਮੰਤਰੀਆਂ ਦੀ ਬਲੀ ਲਈ ਹੈ। ਜੇਕਰ ਬੇਅਦਬੀ ਵਾਲਾ ਮਸਲਾ ਤਹਿ ਦਿਲੋਂ ਭਾਵਨਾ ਦੇ ਨਾਲ ਸੁਲਝਾਉਣਗੇ ਤੇ ਲੋਕ ਇਹਨਾਂ ਨੂੰ, ਰਾਜਨੀਤਿਕ ਲੋਕਾਂ ਨੂੰ ਦਿਲਾਂ ਵਿੱਚ ਥਾਂ ਦੇਣਗੇ। ਪਰ ਜੇਕਰ ਬੇਅਦਬੀ ਵਾਲਾ ਮਸਲਾ ਇਹਨਾਂ ਸੁਲਝਾਇਆ ਨਾ, ਤੇ ਜਿਵੇਂ 3 ਪਹਿਲਾਂ ਮੁੱਖ ਮੰਤਰੀਆਂ ਦੀ ਬਲੀ ਲਿਆ, ਇਹਨਾਂ ਦੀ ਬੜੀ ਇਸੇ ਤਰ੍ਹਾਂ ਹੋਊਗੀ। ਸੋ ਬਿਲਕੁਲ ਇਹ ਬਹੁਤ ਹੀ ਅਹਿਮ ਮੁੱਦਾ ਕਹਿ ਦਈਏ ਜਾਂ ਬਹੁਤ ਅਹਿਮ ਵਿਸ਼ਾ ਆ ਪੰਜਾਬ ਦੀ ਰਾਜਨੀਤੀ ਨਾਲ ਜੁੜਿਆ ਹੋਇਆ ਕਿ ਇੱਕ ਕੌਮ ਪੂਰੀ ਕਹਿ ਦਈਏ ਕਿ ਉਹ ਇਨਸਾਫ ਮੰਗਦੀ ਹੈ, ਜਾਂ ਅਸੀਂ ਕਹਿ ਦਈਏ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ, ਉਸ ਦੀ ਪਾਲਣਾ ਕਰਨ ਵਾਲੇ, ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ, ਜਾਂ ਨਾਨਕ ਨਾਮ ਲੇਵਾ ਸੰਗਤ ਦੀ ਗੱਲ ਕਰ ਲਈਏ ਤਾਂ ਇਨਸਾਫ ਦੀ ਮੰਗ ਕਰ ਰਹੀ ਹੈ। ਪਰ ਇਨਸਾਫ ਉਡੀਕਦੇ ਕਈ ਸਾਲ ਹੋ ਚੁੱਕੇ ਨੇ। ਹੁਣ ਦੇਖਣਾ ਹੈ ਕਿ ਇਸ ਫਾਈਨਲ ਰਿਪੋਰਟ ਦੇ ਵਿੱਚ ਕੀ ਹੈ। ਇਸ ਫਾਈਨਲ ਰਿਪੋਰਟ ਦੇ ਬਾਅਦ ਕਿੰਨਾ ਤੇ ਠੋਸ ਕਾਰਵਾਈ ਹੁੰਦੀ ਹੈ ਜਿਸ ਦੇ ਨਾਲ ਸਿੱਖਾਂ ਦੇ ਹਿਰਦੇ ਨੇ ਜਿਹੜੇ ਕਿ ਠੰਡੇ ਪੈਂਦੇ ਨੇ। ਸਿੱਖਾਂ ਦੇ ਅੰਦਰ ਜੋ ਇਸ ਵਕਤ ਇਨਸਾਫ ਨੂੰ ਲੈ ਕੇ, ਹਾਲਾਂਕਿ ਜੋ ਗੱਲ ਉੱਠਦੀ ਹੈ ਹਮੇਸ਼ਾ ਕਿ ਇਨਸਾਫ ਦੀ ਜੋ ਮੰਗ ਉੱਠਦੀ ਹੈ, ਉਹ
ਜਿਹੜੇ ਮਸਲੇ ਨੇ ਉਹ ਮੰਗ ਕਦੋਂ ਮਿਲਦੀ ਆ, ਮੰਗ ਪੂਰੀ ਕਦੋਂ ਹੁੰਦੀ ਹੈ, ਇਨਸਾਫ ਕਦੋਂ ਮਿਲਦਾ ਹੈ, ਇਹ ਸਰਕਾਰ ਦੀ ਕਾਰਗੁਜ਼ਾਰੀ ਵੀ ਦੱਸੇਗੀ। ਮੈਂ ਸਰਖਾਬ ਆਪਣੇ ਸਹਿਯੋਗੀ ਜੱਸੀ ਦੇ ਨਾਲ।